ਵਾਹਿਗੁਰੂ ਸਾਹਿਬ ਜੀਓ। ਧੰਨ ਵਾਹਿਗੁਰੂ ਸਾਹਿਬ ਜੀਓ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਮੈਂ ਮੂਰਖ ਕਿਛ ਦੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਡੁਬਦਾ ਪੱਥਰ ਲੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਡੁਬਦਾ ਪੱਥਰ ਲੀਜੈ। ਸ਼ਬਰ ਸ਼ਤਰ ਤਖਤ ਦੀ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ ਸਾਂਝੀ ਵਾਰਤਾ ਦੇ ਪ੍ਰਤੀਕ ਗੁਰੂ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੋਦ ਅੰਦਰ ਜੁੜ ਮਿਲ ਬੈਠੀ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਸਾਜੀ ਸਤ ਸੰਗਤ ਜੀਓ। ਆਪ ਜੀ ਵਡਭਾਗੇ ਹੋ, ਗੁਰੂ ਚਰਨਾਂ ਵਿੱਚ ਜੁੜ ਮਿਲ ਬੈਠੇ ਹੋ। ਸਤਿਗੁਰ ਦੀ ਰੱਬੀ ਬਾਣੀ ਦਾ ਪਾਠ ਆਪ ਜੀ ਨੇ ਬਹੁਤ ਪਿਆਰ ਨਾਲ ਭਾਈ ਸਾਹਿਬ ਪਾਸੋਂ ਸ਼ਰਵਣ ਕੀਤਾ ਹੈ। ਆਓ ਗੁਰੂ ਕਿਰਪਾ ਕਰੇ, ਸਮਾਂ ਹੈ ਗੁਰਮਤਿ ਵਿਚਾਰਾਂ ਦਾ। ਆਪ ਸਰਬੱਤ ਮਾਈ ਭਾਈ ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਪਵਿੱਤਰ ਗੁਰਮਤਿ ਵਿਚਾਰ ਨਾਲ ਜੁੜਨਾ ਕਰੀਏ। ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਆਪ ਸਰਬੱਤ ਮਾਈ ਭਾਈ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਓ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਸਦਕਾ ਆਪਾਂ ਪਿਛਲੇਰੇ ਦਿਨਾਂ ਤੋਂ ਮਨ ਵਿਸ਼ੇ ਉੱਤੇ ਵਿਚਾਰਾਂ ਦੀ ਸਾਂਝ ਪਾ ਰਹੇ ਹਾਂ। ਮੇਰੇ ਸਾਹਿਬ ਰੱਬੀ ਬਾਣੀ ਅੰਦਰ ਕਿਰਪਾ ਕਰਦੇ ਨੇ। ਇਸ ਮਨ ਨੂੰ ਸੰਬੋਧਨ ਕਰਦਿਆਂ ਹੋਇਆਂ ਪਵਿੱਤਰ ਬਾਣੀ ਅੰਦਰ ਗੁਰਦੇਵ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਮਨ ਮਤ ਜਾਣੈ ਹਰ ਦੂਰ ਹੈ। ਹੇ ਮੇਰੇ ਮਨ, ਤੂੰ ਇਹ ਨਾ ਸਮਝ ਵੀ ਪਰਮਾਤਮਾ ਦੂਰ ਹੈ। ਮਨ ਮਤ ਜਾਣੈ ਹਰ ਦੂਰ ਹੈ, ਸਦਾ ਵੇਖ ਹਦੂਰ। ਉਹਨੂੰ ਸਦਾ ਆਪਣੇ ਨਾਲ ਹਾਜ਼ਰ ਨਾਜ਼ਰ ਵੇਖ ਵੀ ਪਰਮਾਤਮਾ ਸਦਾ ਹੀ ਤੇਰੇ ਨਾਲ ਹੈ। ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ। ਉਹ ਸਦਾ ਹੀ ਤੈਨੂੰ ਸੁਣ ਰਿਹਾ ਹੈ। ਜੋ ਤੂੰ ਬੋਲਦਾ ਹੈ ਉਹ ਸੁਣ ਰਿਹਾ ਹੈ। ਜ਼ਰੂਰੀ ਨਹੀਂ ਕਿ ਮਨੁੱਖ ਕੇਵਲ ਬੋਲਾਂ ਰਾਹੀਂ ਕੁਝ ਬੋਲੇ ਤੇ ਉਹਨੂੰ ਹੀ ਬੋਲਣਾ ਕਹਿੰਦੇ ਨੇ। ਆਪਾਂ ਮੁੱਖ ਕਰਕੇ ਨਾ ਵੀ ਕੁਝ ਬੋਲਾਂਗੇ, ਸਾਡਾ ਮਨ ਅੰਦਰੋਂ ਬੋਲ ਰਿਹਾ ਹੁੰਦਾ ਹੈ। ਮਨ ਆਪੇ ਹੀ ਗੱਲਾਂ ਕਰ ਰਿਹਾ ਹੁੰਦਾ ਹੈ। ਤੁਸੀਂ ਕਦੀ ਵੇਖਿਓ, ਇਹ ਮਨ ਚੁੱਪ ਕਰਕੇ ਨਹੀਂ ਬੈਠਦਾ, ਇਹ ਮਨ ਅੰਦਰ ਹੀ ਅੰਦਰ ਬੋਲ ਰਿਹਾ ਹੁੰਦਾ ਹੈ। ਅਸੀਂ ਭਾਵੇਂ ਮੁੱਖ ਕਰਕੇ ਨਹੀਂ ਬੋਲ ਰਹੇ, ਚੁੱਪ ਕਰਕੇ ਬੈਠੇ ਹੋਏ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਇਸ ਕਰਕੇ ਉਹਨਾਂ ਲੋਕਾਂ ਨੂੰ
ਜਿਹੜੇ ਕੇਵਲ ਮਨ ਕਰਕੇ ਤਾਂ ਬੋਲ ਰਹੇ ਸਨ, ਪਰ ਮੁਖ ਤੋਂ ਚੁੱਪ ਕਰਕੇ ਬੈਠੇ ਹੋਏ ਸਨ। ਸਹਿਬ ਆਖਦੇ ਨੇ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਮਨੁੱਖ ਭਾਵੇਂ ਮੁਖ ਕਰਕੇ ਚੁੱਪ ਕਰ ਗਿਆ, ਪਰ ਮਨ ਕਰਕੇ ਚੁੱਪ ਨਹੀਂ ਕੀਤਾ, ਮਨ ਅਜੇ ਵੀ ਬੋਲ ਰਿਹਾ ਹੈ। ਤੇ ਮੇਰੇ ਸਾਹਿਬ ਆਖਦੇ ਨੇ, ਉਹ ਸਦਾ ਹੀ ਸੁਣਦਾ ਹੈ ਜੋ ਤੂੰ ਅੰਦਰ ਬੋਲ ਰਿਹਾ ਹੈ। ਮਨ, ਜੋ ਤੂੰ ਬੋਲ ਰਿਹਾ ਨਾ, ਉਹ ਤੈਨੂੰ ਸੁਣ ਰਿਹਾ ਹੈ। ਚੰਗਾ ਬੋਲ ਰਿਹਾ ਹੈ, ਮਾੜਾ ਬੋਲ ਰਿਹਾ ਹੈ, ਜੋ ਵੀ ਕੁਛ ਤੇਰੇ ਅੰਦਰ ਚੱਲ ਰਿਹਾ ਹੈ, ਸਦ ਸੁਣਦਾ, ਸਦ ਵੇਖਦਾ, ਉਹ ਤੈਨੂੰ ਵੇਖ ਵੀ ਰਿਹਾ ਹੈ। ਅਕਾਲ ਪੁਰਖ ਸਦਾ ਸਾਨੂੰ ਵੇਖ ਵੀ ਰਿਹਾ ਹੈ, ਸਦਾ ਸਾਨੂੰ ਸੁਣ ਵੀ ਰਿਹਾ ਹੈ। ਜੋ ਅਸੀਂ ਬੋਲ ਰਹੇ ਹਾਂ ਤੇ ਜੋ ਅਸੀਂ ਕਰ ਰਹੇ ਹਾਂ, ਪਰਮਾਤਮਾ ਦੀ ਸਾਡੇ ਉੱਤੇ ਹਮੇਸ਼ਾ ਹੀ ਨਜ਼ਰ ਹੈ। ਸਦ ਸੁਣਦਾ, ਸਦ ਵੇਖਦਾ, ਸ਼ਬਦ ਰਿਹਾ ਭਰਪੂਰ। ਤੂੰ ਸ਼ਬਦ ਵਿੱਚ ਜੁੜ ਕੇ ਵੇਖ ਮਨ, ਉਹ ਪਰਮਾਤਮਾ ਪਰਿਪੂਰਨ ਹਰ ਥਾਂ ਤੇ ਬਿਰਾਜਮਾਨ ਹੈ। ਹਰ ਜ਼ਰੇ ਜ਼ਰੇ ਵਿੱਚ ਉਹਦਾ ਨਿਵਾਸ ਹੈ, ਸਭ ਥਾਂ ਤੇ ਉਹ ਵਸਿਆ ਹੋਇਆ ਹੈ। ਦੁਨੀਆ ਦੇ ਜਿਤਨੇ ਵੀ ਸੂਝਵਾਨ ਪੁਰਖ ਹੋਏ ਹਨ, ਉਹਨਾਂ ਨੇ ਪਰਮਾਤਮਾ ਪਰਮੇਸ਼ਰ ਦੇ ਯਾਦ ਵਿੱਚ ਜੁੜਨ ਦੀ ਗੱਲ ਕੀਤੀ ਹੈ ਵੀ ਪਰਮਾਤਮਾ ਨੂੰ ਹਮੇਸ਼ਾ ਯਾਦ ਕਰੋ, ਚੇਤੇ ਕਰੋ, ਉਹਨੂੰ ਆਪਣੇ ਚਿੱਤ ਵਿੱਚ ਵਸਾਓ। ਉਸ ਪਰਮਾਤਮਾ, ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਨਾਮ ਵਿੱਚ ਜੁੜਨਾ ਕਰੋ। ਪਰ ਅਕਸਰ ਵੇਖਣ ਵਿੱਚ ਆਇਆ ਹੈ, ਮਨੁੱਖ ਨੂੰ ਚੇਤੇ ਉਹ ਚੀਜ਼ ਰਹਿੰਦੀ ਹੈ ਜੋ ਆਪਣੀ ਹੈ। ਪਰਿਵਾਰ ਆਪਣਾ ਹੈ, ਉਹ ਚੇਤੇ ਰਹਿੰਦਾ ਹੈ। ਇਸ ਕਰਕੇ ਚਿੱਤ ਪਰਿਵਾਰ ਨਾਲ ਜੁੜਿਆ ਹੈ। ਕਾਰੋਬਾਰ ਆਪਣਾ ਹੈ, ਕਾਰੋਬਾਰ ਚਿੱਤ ਵਿੱਚ ਵਸਿਆ ਹੋਇਆ, ਇਸ ਕਰਕੇ ਕਾਰੋਬਾਰ ਚੇਤੇ ਵਿੱਚ ਰਹਿੰਦਾ ਹੈ, ਯਾਦ ਵਿੱਚ ਰਹਿੰਦਾ ਹੈ। ਦੁਸ਼ਮਣ ਜਿਹੜਾ ਹੈ ਉਹ ਵੀ ਚੇਤੇ ਵਿੱਚ ਰਹਿੰਦਾ ਹੈ, ਯਾਦ ਰਹਿੰਦਾ ਵੀ ਫਲਾਣਾ ਮੇਰਾ ਦੁਸ਼ਮਣ ਹੈ, ਫਲਾਣਾ ਮੇਰਾ ਮਿੱਤਰ ਹੈ। ਕਿਹੜਾ ਦੁਸ਼ਮਣ ਹੈ, ਕਿਹੜਾ ਮਿੱਤਰ ਹੈ, ਉਹ ਯਾਦ ਰਹਿੰਦਾ ਹੈ। ਜਿਸ ਚੀਜ਼ ਨੂੰ ਮਨ ਆਪਣਾ ਕਹਿ ਲੈਂਦਾ ਹੈ, ਉਹ ਚੇਤੇ ਰਹਿੰਦਾ ਹੈ। ਜਿਹਨੂੰ ਇਹ ਆਪਣਾ ਨਹੀਂ ਕਹਿੰਦਾ, ਉਹ ਚੇਤੇ ਨਹੀਂ ਰਹਿੰਦਾ। ਅਸਲ ਦੇ ਵਿੱਚ ਪਰਮਾਤਮਾ ਇਸ ਕਰਕੇ ਨਹੀਂ ਯਾਦ ਆਉਂਦਾ ਕਿਉਂਕਿ ਮਨ ਪਰਮਾਤਮਾ ਨੂੰ ਆਪਣਾ ਮੰਨਦਾ ਹੀ ਨਹੀਂ। ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਪਰਮਾਤਮਾ ਨੂੰ ਪਰਾਇਆ ਸਮਝਦਾ ਹੈ, ਬਾਕੀ ਸਭ ਕੁਛ ਆਪਣਾ ਹੈ। ਘਰ ਆਪਣਾ ਹੈ, ਇਸ ਕਰਕੇ ਘਰ ਨਹੀਂ ਭੁੱਲਦਾ। ਪਰਿਵਾਰ ਆਪਣਾ ਹੈ, ਇਸ ਕਰਕੇ ਪਰਿਵਾਰ ਨਹੀਂ ਭੁੱਲਦਾ। ਕਾਰੋਬਾਰ ਆਪਣਾ ਹੈ, ਇਸ ਕਰਕੇ ਕਾਰੋਬਾਰ ਨਹੀਂ ਭੁੱਲਦਾ। ਜਿਹੜੀ ਚੀਜ਼ ਨੂੰ ਆਪਣਾ ਬਣਾ ਲਿਆ, ਉਹ ਨਹੀਂ ਭੁੱਲਦੀ, ਉਹ ਸਦਾ ਯਾਦ ਰਹਿੰਦੀ ਹੈ। ਫਿਰ ਉਹ ਪਾਠ ਕਰਦਿਆਂ ਵੀ ਨਹੀਂ ਭੁੱਲਦਾ, ਫਿਰ ਉਹ ਸਿਮਰਨ ਕਰਦਿਆਂ ਵੀ ਨਹੀਂ ਭੁੱਲਦਾ, ਫਿਰ ਉਹ ਸਤਸੰਗ ਕਰਦਿਆਂ ਵੀ ਨਹੀਂ ਭੁੱਲਦਾ, ਕਥਾ ਕੀਰਤਨ ਕਰਦਿਆਂ ਸੁਣਦਿਆਂ ਵੀ ਨਹੀਂ ਭੁੱਲਦਾ। ਕਿਉਂ? ਜਿਹੜੀ ਚੀਜ਼ ਨੂੰ ਆਪਣਾ ਮੰਨਿਆ, ਮਨ ਬਾਰ-ਬਾਰ ਉਹਨੂੰ ਚੇਤੇ ਕਰਦਾ ਹੈ, ਬਾਰ-ਬਾਰ ਉਹਨੂੰ ਯਾਦ ਕਰਦਾ ਹੈ ਤੇ ਉਹਦੇ ਵਿੱਚ ਹੀ ਫਸਿਆ ਰਹਿੰਦਾ ਹੈ। ਇਹੀ ਕਾਰਨ ਹੈ ਕਿ ਮਨੁੱਖ ਪਰਮਾਤਮਾ ਨੂੰ ਜਿੰਨਾ ਚਿਰ ਆਪਣਾ ਨਹੀਂ ਮੰਨਦਾ, ਉਹਨਾਂ ਚਿਰ ਇਹ ਉਹਦੇ ਯਾਦ ਵਿੱਚ ਨਹੀਂ ਜੁੜ ਸਕਦਾ। ਹੁਣ ਪਰਮਾਤਮਾ ਤਾਂ ਮਨੁੱਖ ਦੇ ਜਿਹੜ ਵਿੱਚੋਂ ਨਿਕਲਿਆ ਹੋਇਆ। ਮਨੁੱਖ ਉਹਨਾਂ ਚੀਜ਼ਾਂ ਨੂੰ ਯਾਦ ਕਰ ਰਿਹਾ ਜਿਹੜੀਆਂ ਚੀਜ਼ਾਂ ਨੂੰ ਮਨ ਨੇ ਆਪਣਾ ਸਵੀਕਾਰ ਕਰ ਲਿਆ। ਹੁਣ ਇੱਥੇ ਇੱਕ ਚੀਜ਼ ਹੋਰ ਜਿਹੜੀ ਹੈ ਸਾਹਮਣੇ ਸਾਡੇ ਆਵੇਗੀ ਵੀ ਅਸੀਂ ਤਾਂ ਪਰਮਾਤਮਾ ਨੂੰ ਭੁੱਲੇ ਹੋਏ ਹਾਂ, ਪਰਮਾਤਮਾ ਸਾਡੇ ਚੇਤੇ ਵਿੱਚ ਨਹੀਂ। ਹਾਲਾਂਕਿ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਇਸ ਮਨ ਨੂੰ ਬਾਰ-ਬਾਰ ਕਹਿੰਦੇ ਨੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। ਜਿਹਨੂੰ ਤੂੰ ਬਾਰ-ਬਾਰ ਯਾਦ ਕਰਦਾ ਹੈ ਨਾ, ਇਹਨੇ ਤੇਰੇ ਨਾਲ ਨਹੀਂ ਚੱਲਣਾ। ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੁਲੇ ਨਾ ਕੀਚੈ ਜਿਤ ਅੰਤ ਪਛੁਤਾਈਐ। ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਇਹ ਗੁਰੂ ਦਾ ਉਪਦੇਸ਼ ਜਿਹੜਾ ਸਦਾ ਹੀ ਤੇਰੇ ਨਾਲ ਨਿਭੇਗਾ।
ਤੇ ਜਿਨ੍ਹਾਂ ਨੂੰ ਤੂੰ ਬਾਰ-ਬਾਰ ਯਾਦ ਕਰ ਰਿਹਾ ਉਹਨਾਂ ਨੇ ਤੇਰੇ ਨਾਲ ਨਹੀਂ ਨਿਭਣਾ। ਤਾਂ ਗੁਰਦੇਵ ਤਾਂ ਰੋਜ਼ ਹੀ ਮਨ ਨੂੰ ਸਮਝਾਉਂਦੇ ਨੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਮਨ ਨੂੰ ਰੋਜ਼ ਹੀ ਗੁਰਦੇਵ ਕੇ ਮਨਾਂ ਤੋਂ ਪਰਮਾਤਮਾ ਨੂੰ ਕਿਉਂ ਭੁਲਾਇਆ? ਹੁਣ ਇਹ ਮਨ ਪਰਮਾਤਮਾ ਨੂੰ ਭੁੱਲਿਆ ਹੋਇਆ ਹੈ, ਪਰਮਾਤਮਾ ਚਿੱਤ ਵਿੱਚ ਨਹੀਂ ਹੈ। ਪਰ ਕੀ ਪਰਮਾਤਮਾ ਦੇ ਚੇਤੇ ਵਿੱਚ ਅਸੀਂ ਹਾਂ? ਸਾਡੇ ਚੇਤੇ ਵਿੱਚੋਂ ਤਾਂ ਪਰਮਾਤਮਾ ਨਿਕਲਿਆ ਹੋਇਆ, ਸਾਡਾ ਮਨ ਤੇ ਰੱਬ ਨੂੰ ਭੁੱਲਿਆ ਹੋਇਆ। ਕੀ ਰੱਬ ਵੀ ਸਾਨੂੰ ਭੁੱਲਿਆ ਹੋਇਆ? ਇੰਨੀ ਵੱਡੀ ਕਾਇਨਾਤ ਹੈ। ਇੱਕ ਨਿੱਕੀ ਜੀ ਗੱਲ ਆਪਾਂ ਸਮਝੀਏ, ਆਪਾਂ ਨਿੱਕੇ ਜਿਹੇ ਘਰ ਦੇ ਵਿੱਚ ਰਹਿੰਦੇ ਹਾਂ, ਪਰ ਕੀ ਸਾਨੂੰ ਘਰ ਦੀ ਹਰ ਚੀਜ਼ ਹਰ ਸਮੇਂ ਚੇਤੇ ਰਹਿੰਦੀ ਹੈ? ਕਦੀ ਕਦਾਈ ਆਪਾਂ ਘਰ ਦੀ ਸਫਾਈ ਕਰੀਏ ਤੇ ਕੁਝ ਚੀਜ਼ਾਂ ਜਿਹੜੀਆਂ ਨੇ ਸਫਾਈ ਕਰਨ ਤੋਂ ਬਾਅਦ ਸਾਨੂੰ ਮਿਲਦੀਆਂ ਨੇ ਤੇ ਆਪਾਂ ਕਹਿੰਦੇ ਆ ਲੈ ਗਏ ਤੇ ਮੇਰੇ ਚੇਤੇ ਵਿੱਚ ਹੀ ਨਹੀਂ ਸੀ, ਇਹ ਚੀਜ਼ ਤਾਂ ਘਰ ਵਿੱਚ ਪਹਿਲਾਂ ਮੌਜੂਦ ਸੀ। ਇਹਦਾ ਮਤਲਬ ਸਾਨੂੰ ਉਹ ਚੀਜ਼ ਭੁੱਲ ਗਈ, ਸਾਡੇ ਚੇਤੇ ਵਿੱਚੋਂ ਨਿਕਲ ਗਈ, ਸਾਡਾ ਸੰਬੰਧ ਟੁੱਟ ਗਿਆ। ਇਹ ਤਾਂ ਬਹੁਤ ਦੂਰ ਦੀ ਗੱਲ ਹੈ। ਕਈ ਵਾਰੀ ਮਨੁੱਖ ਨੇ ਆਪਣੇ ਬਿਲਕੁਲ ਕੋਲ ਚੀਜ਼ ਪਈ ਹੁੰਦੀ ਹੈ, ਜਾਂ ਕਹਿ ਲਈਓ ਸਾਡੇ ਪਾਕਟ ਵਿੱਚ ਚੀਜ਼ ਪਈ ਹੋਈ ਹੈ, ਪਰ ਸਾਡੇ ਚੇਤੇ ਵਿੱਚੋਂ ਜੇਬ ਵਿੱਚੋਂ ਨਿਕਲ ਜਾਵੇ, ਕੋਲ ਹੁੰਦਿਆਂ ਹੋਇਆਂ ਵੀ ਬਹੁਤ ਦੂਰ ਹੁੰਦੀ ਹੈ। ਕਾਰ ਦੀ ਚਾਬੀ ਹੋਵੇ ਤੇ ਬੋਝੇ ਵਿੱਚ ਪਾਈ ਹੋਵੇ, ਪਰ ਜਿਹਣ ਵਿੱਚੋਂ ਨਿਕਲ ਜਾਵੇ, ਯਾਦ ਵਿੱਚੋਂ ਨਿਕਲ ਜਾਵੇ, ਬੰਦਾ ਸਾਰੇ ਘਰ ਨੂੰ ਲੱਭ ਲੈਂਦਾ ਹੈ। ਅਖੀਰ ਯਾਦ ਜਦੋਂ ਆਉਂਦਾ ਹੈ ਫਿਰ ਆਪਣੀ ਜੇਬ ਵਿੱਚ ਹੱਥ ਮਾਰਦਾ ਹੈ ਵੀ ਹੈ ਤਾਂ ਪਾਕਟ ਵਿੱਚ ਸੀ, ਪਰ ਸਾਰਾ ਘਰ ਲੱਭ ਮਾਰਿਆ। ਇਹਦਾ ਮਤਲਬ ਜਦੋਂ ਕੋਈ ਚੀਜ਼ ਦਾ ਸੰਬੰਧ ਸਾਡੇ ਨਾਲੋਂ ਟੁੱਟ ਜਾਂਦਾ ਹੈ, ਜਦੋਂ ਸਾਡੇ ਜ਼ਿਹਨ ਵਿੱਚੋਂ ਭੁੱਲ ਜਾਂਦੀ ਹੈ ਤੇ ਫਿਰ ਬਹੁਤ ਦੂਰ ਹੋ ਜਾਂਦੀ ਹੈ। ਉਹੀ ਚੀਜ਼ ਜਦੋਂ ਯਾਦ ਆ ਗਈ ਤਾਂ ਬੜੇ ਨੇੜੇ ਹੈ। ਪਰਮਾਤਮਾ ਦੇ ਸੰਬੰਧ ਵਿੱਚ ਵੀ ਇਹੀ ਕਹਾਣੀ ਹੈ। ਜਦੋਂ ਯਾਦ ਹੁੰਦਾ ਤੇ ਬਹੁਤ ਨੇੜੇ ਹੈ, ਜਦੋਂ ਭੁੱਲ ਜਾਂਦਾ ਤੇ ਬਹੁਤ ਦੂਰ ਹੁੰਦਾ ਹੈ। ਜਦੋਂ ਆਪਾਂ ਭੁੱਲੇ ਹੁੰਦੇ ਆ ਤੇ ਉਦੋਂ ਆਪਾਂ ਦੁਨੀਆ ਦੇ ਬੁਰੇ ਕੰਮ ਕਰ ਰਹੇ ਹੁੰਦੇ ਆ, ਜਦੋਂ ਯਾਦ ਹੁੰਦਾ ਫਿਰ ਉਦੋਂ ਉਹਨਾਂ ਬੁਰੇ ਕੰਮਾਂ ਤੋਂ ਮਨੁੱਖ ਤੌਬਾ ਕਰ ਲੈਂਦਾ। ਗੁਰਦੇਵ ਨੇ ਬੜੀ ਕਿਰਪਾ ਕੀਤੀ, ਕਹਿੰਦੇ ਕਿ ਪਰਮਾਤਮਾ ਨੂੰ ਵੀ ਅਸੀਂ ਭੁੱਲੇ ਆ ਜਾਂ ਅਸੀਂ ਯਾਦ ਆ। ਤਾਂ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਆਖਦੇ ਨੇ, ਚਿੱਤੈ ਅੰਦਰ ਨਦਰੀ ਹੇਠ ਚਲਾਇਂਦਾ। ਪਰਮਾਤਮਾ ਦੇ ਚਿੱਤ ਵਿੱਚ ਹਰ ਇੱਕ ਚੀਜ਼ ਹੈ। ਇੱਥੋਂ ਕਿ ਦੁਨੀਆ ਦੀ ਜਿਤਨੀ ਵੀ ਕਾਇਨਾਤ, ਉਹਨੇ ਖੰਡ ਬ੍ਰਹਿਮੰਡ ਨੇ, ਪਰਮਾਤਮਾ ਦੇ ਚੇਤੇ ਵਿੱਚ ਨਾ, ਉਹਦੇ ਚੇਤੇ ਵਿੱਚੋਂ ਕੋਈ ਵੀ ਚੀਜ਼ ਬਾਹਰ ਨਹੀਂ, ਉਹ ਸਦਾ ਹੀ ਯਾਦ ਰੱਖਦਾ ਹੈ, ਉਹ ਨਹੀਂ ਭੁੱਲਦਾ। ਇਹਦਾ ਮਤਲਬ ਰੱਬ ਸਾਨੂੰ ਨਹੀਂ ਭੁੱਲਦਾ, ਰੱਬ ਤੇ ਸਾਡੇ ਨਾਲ ਜੁੜਿਆ ਹੋਇਆ ਹੈ, ਰੱਬ ਨੂੰ ਤੇ ਸਦਾ ਹੀ ਸਾਡੀ ਯਾਦ ਹੈ, ਪਰ ਅਸੀਂ ਰੱਬ ਨੂੰ ਭੁੱਲੇ ਹੋਏ ਹਾਂ। ਇੱਕ ਗਾਥਾ ਜਿਹੜੀ ਹੈ ਮੈਨੂੰ ਯਾਦ ਆਈ। ਤਹਿਰਾਨ ਇਸਲਾਮਿਕ ਦੇਸ਼ ਹੈ ਤੇ ਉਸ ਇਸਲਾਮਿਕ ਦੇਸ਼ ਦੇ ਵਿੱਚ ਜਦੋਂ ਵੀ ਕੋਈ ਮਨੁੱਖ ਪੜ੍ਹਦਾ ਹੈ ਤਾਂ ਉਹਦੇ ਜ਼ਿਹਨ ਦੇ ਵਿੱਚ ਇੱਕ ਗੱਲ ਜਿਹੜੀ ਹੈ ਪਹਿਲਾਂ ਟਿਕਾਈ ਜਾਂਦੀ ਹੈ ਵੀ ਪਰਮਾਤਮਾ ਪਰਮੇਸ਼ਰ ਇਸ ਕਾਇਨਾਤ ਦੇ ਵਿੱਚ ਵਸਿਆ ਹੋਇਆ ਹਰ ਥਾਂ ਤੇ ਮੌਜੂਦ ਹੈ। ਕਹਿੰਦੇ ਇੱਕ ਵਾਰ ਇੱਕ ਮਦਰਸੇ ਦੇ ਵਿੱਚ, ਇੱਕ ਛੋਟੇ ਜਿਹੇ ਸਕੂਲ ਦੇ ਵਿੱਚ ਇੱਕ ਅਧਿਆਪਕ ਰੋਜ਼ਾਨਾ ਜਦੋਂ ਬੱਚਿਆਂ ਨੂੰ ਪੜ੍ਹਾਉਣ ਲੱਗਦਾ ਤੇ ਉਹਦਾ ਇੱਕ ਤਖੱਲਕ ਸੀ। ਉਹ ਹਮੇਸ਼ਾ ਜਦੋਂ ਵੀ ਆਉਂਦਾ ਤੇ ਉਹ ਇੱਕ ਗੱਲ ਜ਼ਰੂਰ ਕਹਿੰਦਾ ਵੀ ਪਰਮਾਤਮਾ ਹਰ ਜ਼ਰੇ ਜ਼ਰੇ ਵਿੱਚ ਸਮਾਇਆ ਹੋਇਆ ਹੈ, ਹਰ ਥਾਂ ਤੇ ਮੌਜੂਦ ਹੈ। ਹੁਣ ਇਸਲਾਮ ਮਤ ਦਾ ਵੀ ਇਹ ਮੰਨਣਾ ਹੈ ਖੁਦਾ ਜਿਹੜਾ ਹੈ ਉਹ ਕੇਵਲ ਇੱਕੋ ਹੀ ਹੈ ਤੇ ਸਾਰੀ ਕਾਇਨਾਤ ਨੂੰ ਉਹੀ ਚਲਾਉਣ ਵਾਲਾ ਹੈ। ਹੁਣ ਉਹ ਜਿਹੜਾ ਟੀਚਰ ਹੈ ਉਹ ਜਦੋਂ ਵੀ ਆਉਂਦਾ ਹੈ ਕਲਾਸ ਦੇ ਵਿੱਚ ਬੱਚਿਆਂ ਨੂੰ ਇੱਕੋ ਹੀ ਗੱਲ ਕਹਿੰਦਾ ਵੀ ਪਰਮਾਤਮਾ ਜਿਹੜਾ ਹੈ ਉਹ ਹਰ ਇੱਕ ਜ਼ਰੇ ਜ਼ਰੇ ਵਿੱਚ ਸਮਾਇਆ ਹੋਇਆ ਹੈ, ਭਾਵ ਕਾਇਨਾਤ ਵਿੱਚ ਵਸਦਾ ਹੈ।
रोजाना ही उस टीचर ने उस मास्टर ने ये गल आके कहनी ते बच्चियां नूं भी सुन सुन के ये गल जिहड़ी याद हो गई भी खुदा जिहड़ा वो सारी कायनात विच वसदा है, हर थां ते है, उस तो बिना कोई भी खाली थां नहीं। कुदरती अचानक एक दिन जदों मास्टर आया तो अज उन्हें सवाल पुट्ठा कर दिता। वो कहता बच्चिओ ये दसो भी खुदा कित्थे नहीं वसदा। जदों ये सवाल किया तो बच्चे हैरान हो गए। कहते भी अगे तो ये कहते हैं भी परमात्मा सारी कायनात विच वसदा है, जर्रे जर्रे में समाया हुआ है, पर अज मास्टर ने सवाल ही गलत कर दिता और मास्टर को भी पता है भी मैं सवाल गलत किया है, उन्हें पता है भी मैं सवाल गलत किया है। हुण सारे बच्चे जिहड़े ने उन्हां दे ज़हन विचों इक्को ही गल है भी खुदा ते हर थां ते वसदा है, हर थां ते मौजूद है। पर उन्हां विचों एक बच्चा जिहड़ा सब तो पीछे बैठा होया उन्हें हाथ खड़ा कर दिता। हुण वो जिहड़ा टीचर है मास्टर है वो हैरान होया, कहता मैं तो सवाल ही गलत किया ते इन्हें हाथ खड़ा करता। जे सवाल ही गलत है तो जवाब भी गलत होगा, पर जे उन्हें हाथ खड़ा किया तो उन्हें टीचर ने आख्या भी ठीक है तू दस भी जिहड़ा खुदा है वो कित्थे नहीं वसदा। उन्हें अगों जवाब दिता, कह लगा मास्टर जी ये गल तो सच है भी खुदा जर्रे जर्रे में समाया हुआ है, वो मनुख की रसना ते भी है, मनुख के हत्थां पैरों विच भी है, अखां विच भी है, वो सारी कायनात विच वसदा है। पर एक जगह एक थां ऐसी है जिथे वो नहीं वसदा। किहड़ी थां है? बच्चे ने आख्या वो है मनुख का चित्त, मनुख की याद। बस मनुख की याद विच रब नहीं वसदा, इहदे चेते विच नहीं, इहदे चित्त विच उथों भुलिया होया। बाकी सब थां ते हत्थां पैरां अखां जुबान हर थां ते है, बस जे नहीं तो मनुखी चित्त विच नहीं, मनुखी याद विच नहीं, मनुखी ज़हन विच वो नहीं। बस कह लगे उस समय उस टीचर ने उस मास्टर ने उस बच्चे की परिक्रमा की, उन्हें मत्था टेकिया, कह लगा ये गल तो मैनू भी नहीं सी पता, जिहड़ी गल अज मैनू तेरे को पता लगी है इहदा ज्ञान तो मैनू भी नहीं सी, तू सच कहना है। और ये हकीकत है भी परमात्मा असल दे विच सारी थां ते वसिया होया है, पर वो परमात्मा मनुख के चेते विच याद विच नहीं, याद विचों निकलिया होया। फिर उन्होंने याद करने का तरीका की है, किवें याद करिए, उन्होंने चेते किवें करिए, उहदे नाल संबंध किवें जुड़ जाए साडा। तो गुरु नानक देव महाराज पातशाह जी ने बड़ा सौखा सुखैन तरीका ढंग दस्सिया परमात्मा नूं याद करने का। गुरुदेव कहते गावीए सुनीए मन रखिए भावो, यह उन्होंने तरीका याद करने का। परमात्मा नूं गाना है जुबान दे नाल, परमात्मा नूं जपना है इस जुबान दे नाल। गावीए सुनिए, केवल गाना नहीं उन्होंने सुनना भी है इन्हां कन्नां दे नाल। मन रखिए भावो, अपने मन दे विच भावना भी रखनी है। तेरा गाया ते सुनिया तां प्रवान होवेगा जे तेरे मन विच भावना होवेगी। ते भावना शब्द दो अखरां तो बनता है, एक भरोसा दूजा प्रेम। हुण ये जरूरी नहीं है कि जिंदे ते भरोसा होवे बंदे दा उहदे नाल प्रेम भी होवे, ऐसा तो नहीं ना। आपां बच्चे ते भरोसा करते हैं ते फिर प्रेम भी करते हैं। एक पासे आपां जे प्रेम करते हैं पर कदी कदाई साडे अंदर ये ख्याल भी आ जाता है भी आपां पूर्ण तौर पर अपने बच्चे ते भरोसा नहीं कर सकते, क्योंकि नादान है बच्चा, गलती भी कर सकता है। जरूरी नहीं भी जिंदे ते भरोसा होवे उहदे नाल प्रेम भी होवे। असी कई बार कह देने ये मनुख बड़ा ही भरोसे वाला है, पर जरूरी नहीं भी साडा प्रेम उहदे नाल होवे।
ਤੇ ਜਿਹਦੇ ਨਾਲ ਪ੍ਰੇਮ ਹੋਵੇ ਜ਼ਰੂਰੀ ਨਹੀਂ ਵੀ ਉਹਦੇ ਤੇ ਭਰੋਸਾ ਵੀ ਹੋਵੇ। ਮਹਾਰਾਜ ਕਹਿ ਲਗੇ ਤੇਰੇ ਮਨ ਅੰਦਰ ਇਹ ਭਾਵਨਾ ਹੋਵੇ, ਭਾਵ ਜਿਸ ਮਾਲਕ ਦੀ ਤੂੰ ਬੰਦਗੀ ਕਰਨ ਲੱਗਾ ਉਹਦੇ ਤੇ ਭਰੋਸਾ ਵੀ ਹੋਵੇ ਤੇ ਪ੍ਰੇਮ ਵੀ ਹੋਵੇ। ਇਹਨੂੰ ਕਹਿੰਦੇ ਨੇ ਭਾਵ, ਭਾਵਨਾ। ਗਾਵੀਐ ਸੁਣੀਐ ਮਨ ਰੱਖੀਐ ਭਾਵ। ਹੁਣ ਵੇਖਣ ਵਿੱਚ ਤਾਂ ਇਹ ਹੁੰਦਾ ਹੈ, ਜ਼ੁਬਾਨ ਤੇ ਗਾ ਰਹੀ ਹੁੰਦੀ ਹੈ, ਪਰ ਬੰਦੇ ਦਾ ਧਿਆਨ ਕਿਤੇ ਹੋਰ ਹੁੰਦਾ ਹੈ। ਧਿਆਨ ਕਿਤੇ ਹੋਰ ਹੈ, ਜ਼ੁਬਾਨ ਗਾ ਰਹੀ ਹੈ। ਜ਼ੁਬਾਨ ਤੇ ਪਰਮਾਤਮਾ ਦਾ ਨਾਮ ਜਪ ਰਹੀ ਹੈ, ਪਰ ਕੰਨ ਸੁਣ ਨਹੀਂ ਰਹੇ ਹੁੰਦੇ। ਦੁਨੀਆ ਦੇ ਪ੍ਰਮੁੱਖ ਦੋ ਧਰਮ ਸਾਡੇ ਦੇਸ਼ ਦੇ ਵਿੱਚ, ਦੋ ਧਰਮ, ਇੱਕ ਇਸਲਾਮ ਮਤ, ਦੂਜਾ ਹਿੰਦੂ। ਜਿਹੜੇ ਹਿੰਦੂ ਵੀਰ ਨੇ ਉਹਨਾਂ ਦੀ ਇਬਾਦਤ ਕਰਨ ਦਾ ਜਿਹੜਾ ਤਰੀਕਾ ਉਹ ਦਰਸ਼ਨਾਂ ਤੇ ਖੜਾ ਹੈ। ਤੁਸੀਂ ਕਦੀ ਵੀ ਕਿਸੇ ਹਿੰਦੂ ਵੀਰ ਨੂੰ ਜਦੋਂ ਪੁੱਛੋ ਤੇ ਉਹਨੂੰ ਪੁੱਛੋ ਕਿੱਥੇ ਚੱਲਿਆ, ਉਹ ਕਹਿੰਦਾ ਵੀ ਮੈਂ ਮੰਦਰ ਚੱਲਿਆ। ਕੀ ਕਰਨ? ਦਰਸ਼ਨ ਕਰਨ ਚੱਲਿਆ। ਉਹ ਹਮੇਸ਼ਾ ਇਹ ਆਖੇਗਾ ਵੀ ਮੈਂ ਦਰਸ਼ਨ ਕਰਨ ਚੱਲਿਆ। ਜੇ ਕਿਤੇ ਇਸਲਾਮ ਮਤ ਦੇ ਵੀਰਾਂ ਨਾਲ ਗੱਲ ਕਰੋ ਤੇ ਉਹਨਾਂ ਨੂੰ ਪੁੱਛੋ ਵੀ ਕਿੱਥੇ ਚੱਲਿਆ, ਉਹ ਆਖੇਗਾ ਮਸਜਿਦ ਕਾਹਦੇ ਵਾਸਤੇ ਚੱਲਿਆ? ਉਹ ਕਹਿੰਦਾ ਮੈਂ ਨਮਾਜ਼ ਪੜ੍ਹਨ ਚੱਲਿਆ। ਉਹਨਾਂ ਦੀ ਇਬਾਦਤ ਪੜ੍ਹਨ ਤੇ ਖੜੀ ਹੈ। ਹਿੰਦੂ ਵੀਰਾਂ ਦੀ ਦਰਸ਼ਨਾਂ ਤੇ। ਗੁਰੂ ਨਾਨਕ ਦੇਵ ਮਹਾਰਾਜ ਆਖਦੇ ਨੇ ਸਿੱਖ ਦੀ ਇਬਾਦਤ ਸੁਣਨ ਤੇ ਖੜੀ ਹੈ। ਦਰਸ਼ਨ ਕਰਨਾ ਬੜਾ ਸੌਖਾ ਹੈ। ਜਿਹੜੀ ਅੱਖਾਂ ਦੇ ਸਾਹਮਣੇ ਚੀਜ਼ ਆ ਗਈ ਬੰਦਾ ਉਹਨੂੰ ਵੇਖ ਲੈਂਦਾ ਹੈ। ਵੇਖਣਾ ਬੜਾ ਸੌਖਾ ਹੈ। ਥੋੜਾ ਜਿਹਾ ਔਖਾ ਪੜ੍ਹਨਾ। ਪੜ੍ਹਨ ਵਾਸਤੇ ਥੋੜਾ ਧਿਆਨ ਚਾਹੀਦਾ ਹੈ, ਪਰ ਪੜ੍ਹਨਾ ਵੀ ਸੌਖਾ ਹੈ। ਪਰ ਇਸ ਤੋਂ ਵੀ ਔਖਾ ਕੰਮ ਹੈ ਸੁਣਨਾ। ਸੁਣਨ ਵਾਸਤੇ ਪੂਰੀ ਇਕਾਗਰਤਾ ਚਾਹੀਦੀ, ਪੂਰਾ ਧਿਆਨ ਚਾਹੀਦਾ ਹੈ। ਇੱਕ ਛਿਨ ਵੀ ਧਿਆਨ ਇੱਧਰ ਚਲਾ ਗਿਆ ਤੇ ਜਿਹੜਾ ਮਨੁੱਖ ਬੋਲ ਰਿਹਾ ਉਹਦੀ ਬੋਲੀ ਹੋਈ ਗੱਲ ਸਿਰ ਦੇ ਉੱਤੋਂ ਲੰਘ ਜਾਵੇਗੀ। ਕਈ ਵਾਰੀ ਆਪਾਂ ਵੇਖਿਆ ਹੋਵੇਗਾ ਨਾ ਵੀ ਦੋ ਤਿੰਨ ਸੱਜਣ ਖੜੇ ਕੋਲ ਗੱਲ ਕਰ ਰਹੇ ਨੇ, ਜਾਂ ਕੋਈ ਮਨੁੱਖ ਸਾਨੂੰ ਗੱਲ ਕਹਿ ਰਿਹਾ ਹੁੰਦਾ ਹੈ ਤੇ ਆਪਾਂ ਅਗਲੇ ਛੇਨੀ ਉਹਨੂੰ ਕਹਿੰਦੇ ਆ ਸਾਨੂੰ ਦੁਬਾਰਾ ਦੱਸ। ਕਿਉਂ? ਮੇਰਾ ਧਿਆਨ ਇੱਥੇ ਨਹੀਂ ਸੀ। ਇਹਦਾ ਮਤਲਬ ਬੋਲਣ ਵਾਲਾ ਤੇ ਗੱਲ ਆਪਣੀ ਕਹਿ ਰਿਹਾ ਹੈ, ਪਰ ਸੁਣਨ ਵਾਲਾ ਇਹ ਕਹਿ ਰਿਹਾ ਹੈ ਵੀ ਮੇਰਾ ਧਿਆਨ ਇੱਥੇ ਨਹੀਂ ਸੀ। ਇਹੀ ਕਾਰਨ ਹੈ ਕਿ ਆਪਾਂ ਵੇਖਦੇ ਹਾਂ ਬਹੁਤ ਸਾਰੇ ਐਸੇ ਮਨੁੱਖ ਜਿਨ੍ਹਾਂ ਨੂੰ ਬਾਣੀ ਤੇ ਬਹੁਤ ਕੰਠ ਹੈ, ਪਰ ਜੀਵਨ ਬਦਲਿਆ ਨਹੀਂ, ਤਬਦੀਲ ਨਹੀਂ ਹੋਇਆ। 18 20 ਘੰਟੇ ਪਾਠ ਸਿੰਘ ਪਾਠ ਕਰਦੇ ਨੇ, ਪਰ ਮੈਂ ਵੇਖਿਆ ਉਸੇ ਤਰ੍ਹਾਂ ਕਾਮ, ਕ੍ਰੋਧ, ਹੰਕਾਰ, ਈਰਖਾ, ਦੁਆਸ਼। ਬਾਣੀ ਪੜ੍ਹਨ ਦੇ ਨਾਲ ਗੱਲ ਛੁਟਕਾਰਾ ਹੋ ਜਾਵੇਗਾ। ਮਤਲਬ ਇਹ ਨਹੀਂ ਵੀ ਬਾਣੀ ਨਹੀਂ ਪੜ੍ਹਨੀ ਚਾਹੀਦੀ, ਪਰ ਕੀ ਇੰਨੀ ਬਾਣੀ ਪੜ੍ਹਨ ਤੋਂ ਬਾਅਦ ਵੀ ਇੰਨੀ ਜ਼ਿੰਦਗੀ ਦੀ ਉਮਰ ਲੰਘ ਗਈ, ਸਾਰੀ ਜ਼ਿੰਦਗੀ ਪਾਠ ਕਰਦੇ ਰਹੇ, ਪਰ ਜੀਵਨ ਤੇ ਨਹੀਂ ਨਾ ਬਦਲਿਆ। ਇਹਦਾ ਮਤਲਬ ਪੜ੍ਹਿਆ ਹੀ ਹੈ, ਸੁਣਿਆ ਨਹੀਂ, ਧਿਆਨ ਕਿਤੇ ਹੋਰ ਹੈ। ਤੇ ਜਿੰਨਾ ਚਿਰ ਗੁਰੂ ਨਾਨਕ ਦੇਵ ਮਹਾਰਾਜ ਆਖਦੇ ਨੇ ਤੇਰਾ ਧਿਆਨ ਨਹੀਂ ਨਾ, ਉਹਨਾਂ ਚਿਰ ਇਸ ਤਰ੍ਹਾਂ ਜਿਵੇਂ ਕੋਈ ਮਨੁੱਖ ਆਪਣੇ ਮੁਖ ਵਿੱਚ ਰੋਟੀ ਪਾ ਲਵੇ ਪਰ ਥੱਲੇ ਨਾ ਜਾਣ ਦੇਵੇ, ਆਪਣੇ ਮੁਖ ਵਿੱਚ ਪਾਣੀ ਪਾ ਲਵੇ ਪਰ ਥੱਲੇ ਨਾ ਜਾਣ ਦੇਵੇ। ਕਿ ਐਸੇ ਮਨੁੱਖ ਦੀ ਪਿਆਸ ਬੁਝ ਸਕਦੀ ਹੈ, ਐਸੇ ਮਨੁੱਖ ਦੀ ਭੁੱਖ ਖਤਮ ਹੋ ਸਕਦੀ ਹੈ। ਮੂੰਹ ਵਿੱਚ ਬੁਰਕੀ ਹੈ ਪਰ ਉਹ ਕਿ ਮੈਂ ਥੱਲੇ ਨਹੀਂ ਜਾਣ ਦੇਣੀ। ਭੁੱਖ ਤਾਂ ਉਦੋਂ ਹੀ ਮਿਟੇਗੀ ਜਦੋਂ ਭੋਜਨ ਅੰਦਰ ਜਾਵੇਗਾ, ਪਿਆਸ ਉਦੋਂ ਮਿਟੇਗੀ ਜਦੋਂ ਪਾਣੀ ਅੰਦਰ ਜਾਵੇਗਾ। ਯਾਦ ਰੱਖਿਓ ਉਦੋਂ ਹੀ ਅਧਿਆਤਮਕ ਜੀਵਨ ਉੱਚਾ ਹੋਵੇਗਾ ਤੇ ਆਤਮਕ ਭੁੱਖ ਖਤਮ ਹੋਵੇਗੀ ਜਿੱਦਣ ਬਾਣੀ ਸਾਡੇ ਅੰਦਰ ਜਾ ਕੇ ਚਿੱਤ ਵਿੱਚ ਵਸ ਜਾਵੇਗੀ, ਜਿੱਦਣ ਸਿਮਰਨ ਸਾਡੇ ਮਨ ਵਿੱਚ ਟਿਕ ਜਾਵੇਗਾ, ਜਿੱਦਣ ਵਾਕਿਆ ਹੀ ਕੀਰਤਨ ਤੇ ਕਥਾ ਸਾਡੇ ਮਨ ਵਿੱਚ ਟਿਕ ਜਾਣਗੇ। ਬਸ ਉਸ ਦਿਨ ਇਹ ਖੁਰਾਕ ਸਾਡੇ ਵਾਸਤੇ ਅਧਿਆਤਮਕ ਖੁਰਾਕ ਬਣ ਜਾਵੇਗੀ। ਬੜੀ ਕਿਰਪਾ ਕੀਤੀ। ਮਹਾਰਾਜ ਆਖਦੇ ਨੇ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ। ਮਹਾਰਾਜ ਕਹਿਣ ਲੱਗੇ ਤੇਰੇ ਮੱਤ ਵਿੱਚ ਲੱਖਾਂ ਹੀ ਰਤਨ ਜਵਾਹਰ ਆਦਿ ਕੀਮਤੀ ਰਤਨ ਪੈਦਾ ਹੋ ਜਾਣਗੇ। ਭਾਵ ਤੂੰ ਇੰਨੀ ਸਮਝ ਤੇਰੇ ਵਿੱਚ ਪੈਦਾ ਹੋ ਜਾਵੇਗੀ ਜਿੱਦਣ ਤੂੰ ਗੁਰੂ ਦੀ ਮੱਤ ਮੰਨ ਕਰਕੇ ਵਾਕਈ ਸੁਣ ਲਵੇਂਗਾ।
वाकई सुनेगा तो जे जुबान केवल बोल रही है, गुरुदेव ने बाणी में सानू रोजाना ही ये समझाना किया है, अंतर गुर आराधना जिहवा जप गुर नाओ, नेत्री सतगुरु पेखना, श्रवणी सुनना गुर नाओ। कन्ना नाल सुनना है, जुबान नाल जपना है, मन करके ध्याना है। इत्थे केवल जुबान तो जप रही होती है भी मन किते होर है, ध्यान किते होर है, ख्याल किते होर है। यही नतीजा फिर निकलता है, फिर सारा समागम खत्म हो जाता है, पल्ले कुछ भी नहीं पैदा। बहुत तरक्की की है सिख कौम ने, बड़ी तरक्की की है। काहदे विच? गुरुद्वारे बनाउण विच तरक्की की सिख कौम ने, गुरुद्वारियां ते सोना लाउण विच। आपां तरक्की की है संगमरमर दे पत्थर लाउण विच। बहुत पक्के गुरुद्वारे बनाए हैं ते बना रहे हैं, लखां करोड़ां रुपया खर्च कर रहे हैं। काहदे? गुरुद्वारे बनाउण विच। गुरुद्वारे तो बहुत पक्के बना लए, सिख कच्चे बन गए। गुरुद्वारे इन्ने मजबूत ते पक्के बनते जा रहे हैं, सिख हौली हौली कच्चे। जीवन पद्धर थले जा रहा है। गुरुद्वारे की बिल्डिंग 8-8 ते 10-10 मंजिल, तो बंदा लभदा नहीं लभ्या। कोई बजुर्ग ही 2-4 लभदे ने, बजुर्ग ही बैठे होते हैं। उन्होंने विचों बेचारिਆਂ कोई सुनता है, किसी नहीं सुनता, क्योंकि दिसदा है, किसी नहीं दसदा। कोई शरीर करके तंग है, कोई दुखी है, कोई आ गया ठीक है, नहीं तो खाली पे 8-8 10-10 मंजिल गुरुद्वारे खाली पे। कारण केवल मुख करके जपिया जा रहा है, बाहरी तौर पर जपिया जा रहा है, अध्यात्मक तौर पर नहीं। जिदन अध्यात्मक तौर पर कमाई करन लगांगे फिर समझ आ जाएगी, फिर जीवन बदलेगा, फिर तब्दीली आएगी। और वाकया जेड़े कमाई वाले ने, बंदगी करने वाले ने, वो हर थां ते हर शहर में नहीं मिलते, बहुत घट गिनती उन्होंने। कोटन में नानक को नारायण जी जीत, करोड़ों विचों कोई है, कोई विरला है। सतगुरु पातशाह जी कृपा करते ने, भाई जे तू वाकया ही मन करके सुनेगा तो तेरा फिर गाविया होया भी सफल होगा। भावना बना के मालिक के चरणों में जुड़ना कर, तो तेरा वो हर एक गाया सुनिया सफल होगा। तो तेनू इस गल का ज्ञान होगा, सद सुनता सद वेखदा शब्द रहा भरपूर। मन मत जाने हर दूर है, दूर नहीं तेरे तो, सदा वेख दूर, उन्होंने हाजिर नाजर जान, मालिक मेरे नाल है, दूर थोड़ा है। सद सुनता सद वेखदा शब्द रहा भरपूर। सदा तेनू वेख रहा है, सदा तेनू सुन रहा है, सदा ही तेरे नाल है, तेरे तो दूर नहीं। बस जिदन ये एहसास हो गया मालिक मेरे नाल है, उदन वाकई असीं धर्मी बन जावांगे। उदन फिर साडा मन कभी भी बुरे पासे बुराइयां नहीं चितवेगा, बल्कि ये रब्बी इबादत करेगा, मालिक नाल जुड़िया होगा। फिर भावें दुकान ते बैठा होवे, यही मन घर बैठा होवे, यही मन भावें दुनिया के किसी भी कोने में चला जाए, फिर ये भटकेगा नहीं। फिर वो सदा उन्होंने हाजिर नाजर जानता होया उहदे नाल जुड़िया रहेगा। गुरु कृपा करे, बख्शिश करे, साडा मन उस मालिक की बंदगी कर सके, उस मालिक नूं गा सके, उन्होंने सुन सके, उन्होंने वेख सके, उन्होंने एहसास उनका एहसास कर सके। तां ही भाई ये मन रूपी बेड़ी तेनों किनारे ते ला देगा। नहीं तो गुरुदेव आखते ने केवल बाहरी तौर पर किया होया तेरा कर्म ते धर्म एक पाखंड बन के रह जाएगा। ये पाखंड जिहड़ा है बहुता चिर तेरे नाल नहीं निभना। इस करके तू सदा ही मालिक की बंदगी कर, नाम जप, भावें 5 मिनट नाम जपीए, 5 मिनट बाणी पढ़ीए,
पर पढ़िए मन करके, नाम जपीए मन करके, कथा कीर्तन में जुड़िए मन करके, संगत में बैठिए मन करके। मन करके ही कीती इबादत सफल ही होनी है। जे 5 मिनट विचों 5 सैकंड भी साडा मन वाकई टिक गया तो महाराज आखदे वो भी तेरे जीवन को सफला कर देगा। सब कृपा करन, बख्शिश करन, साडे मन की एकाग्रता बने तो आपां गुरु चरनां नाल जुड़ के अपने जीवन को सफला कर सके। होइयां भुलां चुकां दी खिमा। वाहिगुरू जी का खालसा, वाहिगुरू जी की फतेह।